सत श्री अकाल। मैं तुहाडा दोस्त ਅਤੇ ਹੋਸਟ ਰਾਜ। ਸਵਾਗਤ ਹੈ ਤੁਹਾਡਾ RES ਪਾਵਰ ਰਾਜ ਐਜੂਕੇਸ਼ਨ ਸਟੂਡੀਓ ਦੇ ਵਿੱਚ। ਅੱਜ ਦਾ ਵਿਸ਼ਾ ਬਹੁਤ ਸ਼ਾਨਦਾਰ ਰਹਿਣ ਵਾਲਾ ਹੈ। ਵਿਸ਼ਾ ਹੈ ਸਾਡੇ ਕੋਲੇ ਵਾਕ-ਬੋਧ। ਜਿਵੇਂ ਕਿ ਅਸੀਂ ਨੇ ਧੁਨੀ ਬੋਧ ਦੇ ਵਿੱਚ ਗੱਲ ਕਰਦੇ ਹਾਂ ਦੱਸਿਆ ਸੀ ਕਿ ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੈ। ਉਸ ਦੇ ਆਪੋਜ਼ਿਟ, ਉਸ ਦੇ ਉਲਟ ਵਾਕ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਹੈ। ਵੱਡੀ ਇਕਾਈ ਇੰਨੀ ਕੁ ਵੱਡੀ ਇਕਾਈ ਹੈ ਕਿ ਜਿਹਦੀ ਲਿਮਿਟ ਕੋਈ ਨਹੀਂ ਹੈ। ਜੇਕਰ ਅਸੀਂ ਹੁਣ ਤੱਕ ਵਾਕ ਦੀ ਲੰਬਾਈ ਦੇ ਉੱਪਰ ਝਾਤ ਪਾਈਏ ਤਾਂ ਇੱਕ ਰਿਕਾਰਡ ਸਥਾਪਿਤ ਹੋਇਆ। ਰਿਕਾਰਡ ਕੀ ਹੈ ਕਿ ਇਸ ਦੇ ਵਿੱਚ ਸ਼ਬਦਾਂ ਦੀ ਜੋ ਗਿਣਤੀ ਆ, ਸਭ ਤੋਂ ਲੰਮੇ ਵਾਕ ਦੇ ਵਿੱਚ ਸ਼ਬਦਾਂ ਦੀ ਜੋ ਗਿਣਤੀ ਆ, ਸੋਚ ਕੇ ਦੇਖੋ ਕਿੰਨੀ ਹੋ ਸਕਦੀ ਹੈ। ਉਹ ਹੈ 13,955। ਯਾਨੀ ਕਿ ਇੰਨੀ ਵੱਡੀ ਕਲੈਕਸ਼ਨ ਹੈ ਇੱਕੋ ਇੱਕ ਵਾਕ ਦੇ ਵਿੱਚ, ਜਿਹਦੀ ਗਿਣਤੀ ਹੈ 13,955। ਤੇ ਉਹ ਸ਼ਬਦ ਹੈ ਕਿੱਥੇ, ਉਹ ਵਾਕ ਹੈ ਕਿੱਥੇ? ਉਹ ਸਾਰੇ ਦੇ ਸਾਰੇ ਸ਼ਬਦ ਸਮੋਏ ਨੇ ਇੱਕ ਵਾਕ ਦੇ ਵਿੱਚ। ਉਹ ਵਾਕ ਹੈ ਇੱਕ ਨੋਵਲ ਦੇ ਵਿੱਚ। ਨੋਵਲ ਦਾ ਨਾਮ ਹੈ ਦੀ ਰੌਟਰਸ ਕਲੱਬ। ਇਟ ਹੈਜ਼ ਬੀਨ ਰਿਟਨ ਬਾਈ ਜੋਨਾਥਨ ਕੋ। ਜੋਨਾਥਨ ਕੋ ਬ੍ਰਿਟਿਸ਼ ਦਾ ਇੱਕ ਨੋਵਲਿਸਟ ਹੈ, ਕਾਫੀ ਚਰਚਿਤ ਨੋਵਲਿਸਟ ਹੈ। ਉਸ ਦਾ ਲਿਖਿਆ ਹੋਇਆ ਨਾਵਲ ਹੈ ਦੀ ਰੌਟਰਸ ਕਲੱਬ। ਕਾਫੀ ਅੱਛਾ ਨਾਵਲ ਹੈ, ਜਿਹਦੇ ਵਿੱਚ 3 ਟੀਨੇਜਰਸ ਦੀ ਕਹਾਣੀ ਦੱਸੀ ਹੋਈ ਹੈ। ਖੈਰ, ਨਾਵਲ ਬਾਰੇ ਆਪਾਂ ਕਦੇ ਫਿਰ ਗੱਲਬਾਤ ਰੱਖਾਂਗੇ ਜਦੋਂ ਆਪਾਂ ਸਾਹਿਤ ਵੱਲ ਗੱਲ ਕਰਾਂਗੇ। ਪਰ ਜਦੋਂ ਅਸੀਂ ਵਾਕ ਦੀ ਗੱਲ ਕਰਦੇ ਹਾਂ ਤਾਂ ਵਾਕ ਦਾ ਇਸ ਦਾ ਰਿਕਾਰਡ ਹੈ ਕਿ ਜਿਹਦੇ ਵਿੱਚ 13,955 ਸ਼ਬਦ ਸ਼ਾਮਲ ਨੇ ਤੇ ਜੋਨਾਥਨ ਕੋ ਦੇ ਲਿਖੇ ਹੋਏ ਨਾਵਲ ਦੀ ਰੌਟਰਸ ਕਲੱਬ ਦੇ ਵਿੱਚ ਸ਼ਾਮਲ ਹੈ। ਸੋ ਵੈਸੇ ਜੇ ਅਸੀਂ ਇਸ ਚੀਜ਼ ਨੂੰ ਥੋੜਾ ਜਿਹਾ ਖੋਲ ਫਰੋਲ ਕੇ ਦੇਖਦੇ ਹਾਂ ਤਾਂ ਇੱਥੋਂ ਇਹ ਭਾਵ ਪੈਦਾ ਹੁੰਦਾ ਹੈ ਕਿ ਵਾਕ ਇੱਕ ਅਸੀਮਤ, ਵਾਕ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਕਹਿ ਲਓ। ਇਸਨੇ ਅਨਲਿਮਿਟਡ ਵਰਕ ਕਰਨਾ ਹੈ। ਇਸ ਦੇ ਵਿੱਚ ਹੋ ਸਕਦਾ ਹੈ 13,955 ਤੋਂ ਵੀ ਉੱਪਰ ਸ਼ਬਦ ਚਲੇ ਜਾਣ। ਕਿਸੇ ਦੀ ਹਿੰਮਤ ਹੈ ਕਿ ਉਸ ਦੇ ਵਿੱਚ ਕਿਵੇਂ ਸ਼ਬਦ ਜੋੜਦਾ ਹੈ, ਕਿਵੇਂ ਭਰਦਾ ਹੈ। ਸੋ ਇਹ ਸ਼ਬਦਾਂ ਦੀ ਜੜਤ ਇੱਕ ਕਲਾ ਹੈ। ਜਿਵੇਂ ਸਰਤਾਜ ਇੱਕ ਆਪਣੇ ਗਾਣੇ ਦੇ ਬਾਰੇ ਫਰਮਾਉਂਦੇ ਨੇ ਕਿ ਕੁਦਰਤੀ ਆਮਦ ਹੈ। ਕੁਦਰਤੀ ਆਮਦ ਹੈ, ਇਹ ਅਸੀਮ ਹੈ, ਇਸ ਦਾ ਭੇਦ ਨਹੀਂ ਪਾਇਆ ਜਾ ਸਕਦਾ, ਇਸ ਦਾ ਕੋਈ ਅੰਤ ਨਹੀਂ ਹੈ। ਸੋ ਵਾਕ ਭਾਸ਼ਾ ਦੀ ਸਭ ਤੋਂ ਬੜੀ ਇਕਾਈ। ਅੱਜ ਉਹਦੇ ਬਾਰੇ ਆਪਾਂ ਹੋਰ ਗੱਲਬਾਤ ਦੇਖਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਕੀ ਉੱਠਦਾ ਹੈ ਕਿ ਵਾਕ ਕੀ ਹੈ? ਜੇਕਰ ਅਸੀਂ ਇੱਕ ਆਮ ਜਿਹੇ ਤਰੀਕੇ ਨਾਲ ਇਸ ਨੂੰ ਵਿਸ਼ਲੇਸ਼ਣ ਵਿੱਚ ਲੈ ਕੇ ਚੱਲੀਏ, ਇਸ ਦੀ ਗੱਲ ਕਰੀਏ ਕਿ ਵਾਕ ਕੀ ਹੈ, ਤਾਂ ਉਹ ਸ਼ਬਦਾਂ ਦਾ ਇੱਕ ਸਮੂਹ ਆ ਜਿਹਦਾ ਇੱਕ ਜਾਂ ਇੱਕ ਤੋਂ ਵੱਧ ਅਰਥ ਨਿਕਲਦਾ ਹੈ। ਵਾਕ ਸ਼ਬਦਾਂ ਦਾ ਸਮੂਹ। ਫਿਰ ਉਹਨਾਂ ਸ਼ਬਦਾਂ ਤੋਂ ਅੱਗੇ ਕੁਝ ਹੋਰ ਇਕਾਈਆਂ ਬਣਦੀਆਂ ਨੇ। ਫਿਰ ਉਹ ਇਕਾਈਆਂ ਜੁੜ ਕੇ ਵਿਆਕਰਨਕ ਤੌਰ ਤੇ ਜਿਸ ਚੀਜ਼ ਦੀ ਰਚਨਾ ਕਰਦੀਆਂ ਨੇ ਉਸ ਨੂੰ ਅਸੀਂ ਕਹਿੰਦੇ ਵਾਕ। ਸੋ ਵਾਕ ਬੋਧ ਦੇ ਵਿੱਚ ਸਾਡੇ ਕੋਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵਾਕ ਕੀ ਹੈ, ਤਾਂ ਇੰਗਲਿਸ਼ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅ ਕਲੈਕਸ਼ਨ ਆਫ ਵਰਡਸ that have one or more meaning, it is called a sentence. ਫਿਰ ਵਾਕ ਕੀ ਵਾਕ ਇੱਕੋ ਹੈ? ਇੱਕ ਹੀ ਕਿਸਮ ਹੈ ਦੀ ਕੁਐਸਚਨ ਇਹ ਉੱਠਦਾ ਹੈ। ਇੱਥੋਂ ਸਮਝਦਾ ਕਿ ਵਾਕ ਦੀਆਂ ਕਿਸਮਾਂ ਕਿੰਨੀਆਂ ਨੇ। ਵਾਕ ਦੀ ਅਸੀਂ ਵੰਡ ਕਰਦੇ ਹਾਂ। ਵਾਕ ਨੂੰ ਅਸੀਂ 2 ਤਰੀਕੇ ਦੇ ਨਾਲ ਵੰਡਦੇ ਹਾਂ ਕਿਸਮਾਂ ਦੇ ਆਧਾਰ ਤੇ। ਪਹਿਲੀ ਸਾਡੀ ਹੁੰਦੀ ਆ ਬਣਤਰ ਦੇ ਆਧਾਰ ਤੇ। ਬਣਤਰ ਦੇ ਆਧਾਰ ਦੇ ਉੱਤੇ ਇਸ ਦੀਆਂ 3 ਕਿਸਮਾਂ ਜਾਂਦੀਆਂ ਨੇ। ਪਹਿਲੀ ਕਿਸਮ ਕਿਹੜੀ ਹੈ? ਸਾਡੇ ਕੋਲ ਹੈ ਪਹਿਲੀ ਕਿਸਮ ਆਮ ਵਾਕ। ਇਸ ਨੂੰ ਅਸੀਂ ਸਧਾਰਨ ਵਾਕ ਵੀ ਕਹਿ ਦਿੰਦੇ ਹਾਂ। ਆਮ ਵਾਕ ਦੇ ਵਿੱਚ ਜ਼ਿਆਦਾਤਰ ਜੋ ਦੇਖਣ ਵਿੱਚ ਆਉਂਦਾ ਉਹ ਹੈ ਕਿ ਇਸ ਦੇ ਵਿੱਚ ਕਰਤਾ ਕੰਮ ਕਰੇਗਾ, ਕਰਮ ਆਏਗਾ, ਇਸ ਵਿੱਚ ਕਿਰਿਆ ਹੋਏਗੀ। ਇਹ ਆਮ ਵਾਕ ਦੀ ਬਣਤਰ ਹੈ। ਇਹ ਪਹਿਲੀ ਕਿਸਮ ਵੀ ਕਹਿ ਸਕਦੇ ਹਾਂ, ਆਮ ਵਾਕ ਜਾਂ ਸਧਾਰਨ ਵਾਕ। ਦੂਸਰੀ ਜੋ ਕਿਸਮ ਸਾਡੇ ਕੋਲੇ ਆਉਂਦੀ ਹੈ ਉਹ ਸਾਡੇ ਕੋਲ ਹੈ ਸੰਯੁਕਤ। ਇਸ ਦੇ ਨਾਮ ਤੋਂ ਸਪਸ਼ਟ ਹੋ ਜਾਂਦਾ ਸੰਯੁਕਤ, यानी कि
युक्त, संयुक्त, जुड़ के बनया होया। ਇਹ ਕਾਫੀ ਸਾਰੇ ਉਪਵਾਕਾਂ ਤੋਂ ਬਣ ਕੇ ਬਣਿਆ ਹੁੰਦਾ ਇੱਕ ਵਾਕ ਹੈ, ਜਾਂ ਇਹ ਕਹਿ ਲਈਏ ਕਿ ਇਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਕੇ ਉਪਵਾਕ ਹੁੰਦੇ ਆ। ਫਿਰ ਇੱਕ ਨਵੀਂ ਭਸੂੜੀ ਜੀ ਉਪਵਾਕ ਕੀ ਹੁੰਦਾ, ਆਪਾਂ ਗੱਲ ਕਰਾਂਗੇ ਉਪਵਾਕ ਬਾਰੇ ਵੀ। ਤੀਸਰੀ ਕਿਸਮ ਹੈ ਸਾਡੇ ਕੋਲੇ ਮਿਸ਼ਰਤ ਵਾਕ। ਕੋਈ ਮਿਸ਼ਰਤ ਵਾਕ ਬੜੀਆਂ ਗੁੰਝਲਾਂ ਪੈਦਾ ਕਰਦਾ ਹੈ। ਮਿਸ਼ਰਤ ਵਾਕ ਹੀ ਹੈ ਜਿਹਨੂੰ ਗੁੰਝਲਦਾਰ ਵਾਕ ਵੀ ਕਹਿੰਦੇ, ਆਪਾਂ ਲਿਖ ਲੈਣੇ ਨਾਲ। ਗੁੰਝਲਦਾਰ ਵਾਕ ਗੁੰਝਲਦਾਰ ਕਿਉਂ ਹੈ? ਇਸ ਸੰਯੁਕਤ ਦੀ ਅਸੀਂ ਸਹੀ ਜਿਹੜੀ ਡੈਫੀਨੇਸ਼ਨ ਉਹ ਕਿਵੇਂ ਕਰਾਂਗੇ? ਆਮ ਵਾਕ ਬਾਰੇ ਥੋੜੀ ਜਿਹੀ ਗੱਲ ਆਪਾਂ ਰੱਖ ਚੁੱਕੇ ਹਾਂ, ਇਹ ਸਾਡਾ ਅਗਲੇ ਲੈਕਚਰ ਦਾ ਵਿਸ਼ਾ ਹੋਊਗਾ। ਉਸ ਤੋਂ ਬਾਅਦ ਅਸੀਂ ਵਧਦੇ ਹਾਂ ਇੱਧਰ ਕਿ ਵਾਕ ਦੀਆਂ ਜਿਹੜੀਆਂ ਕਿਸਮਾਂ ਨੂੰ ਅਸੀਂ ਬਣਤਰ ਦੇ ਆਧਾਰ ਤੇ ਦੇਖ ਲਿਆ। ਇਸ ਸਾਰੀ ਡਾਇਰੈਕਟਰੀ ਦਾ ਨਾਮ ਇੰਗਲਿਸ਼ ਦੇ ਵਿੱਚ ਜੋ ਲਿਆ ਜਾਂਦਾ ਹੈ ਵਾਕ ਦੀ ਬਣਤਰ ਦੀ ਡਾਇਰੈਕਟਰੀ, ਜੇ ਅਸੀਂ ਕਹਿ ਦਈਏ, that is called syntax। ਸਿੰਟੈਕਸ। ਦੂਸਰਾ ਜਿਹੜਾ ਆਧਾਰ ਹੈਗਾ ਉਹ ਹੈਗਾ ਕਾਰਜ ਦਾ। ਕਾਰਜ, ਕੰਮ ਦੇ ਆਧਾਰ ਤੇ ਵਾਕ ਦੀਆਂ ਕਿੰਨੀਆਂ ਕਿਸਮਾਂ ਨੇ? ਉਹ ਸਾਡੇ ਕੋਲ ਹੈਗੀਆਂ ਨੇ 4। ਹਾਂਜੀ, ਉਹ ਕਿਹੜੀਆਂ ਕਿਹੜੀਆਂ ਨੇ ਸਾਡੇ ਕੋਲੇ? ਅਸੀਂ ਲੈ ਕੇ ਚੱਲਦੇ ਹਾਂ। ਹਾਂ ਵਾਚਕ ਲੈਂਦੇ ਹਾਂ ਅਸੀਂ, ਜਿਹਦੇ ਵਿੱਚ ਸਾਰੇ ਦੀ ਸਾਰੀ ਜਿਹੜੀ ਸਾਨੂੰ ਜਾਣਕਾਰੀ ਆ ਉਹ ਤੋਂ ਸਾਨੂੰ ਪਤਾ ਲੱਗਦਾ ਵਕਤ ਕਿ ਹਾਂ ਦੇ ਵਿੱਚ ਉਹ ਕੰਮ ਕਰਦਾ ਹੈ, ਉਹ ਸੈਰ ਕਰਦਾ ਹੈ, ਉਹ ਪਾਠ ਪੜ੍ਹਦਾ ਹੈ। ਵਿਦਿਆਰਥੀ YouTube ਤੇ ਪੜ੍ਹਦੇ ਹਨ। ਸਾਰੇ ਦੇ ਸਾਰੇ ਕਿੱਥੋਂ ਆ ਗਏ? ਹਾਂ ਵਾਚਕ, ਜਿਵੇਂ ਕਿ ਸਾਨੂੰ ਕਿਸੇ ਕੰਮ ਦੇ ਹੋਣ ਦਾ ਪਤਾ ਲੱਗ ਰਿਹਾ, ਸੋਣ ਦੀ ਸੈਂਸ ਸਾਨੂੰ ਮਿਲ ਰਹੀ ਆ। ਦੂਸਰਾ ਇਹਦੇ ਆਪੋਜ਼ਿਟ ਚਲੇ ਜਾਂਦਾ ਹੈ। ਆਪੋਜ਼ਿਟ ਕੀ ਆ ਹਾਂ ਦਾ? ਨਾ। ਦੂਸਰਾ ਹੈ ਸਾਡੇ ਕੋਲੇ ਨਾ ਵਾਚਕ, ਨੈਗੇਟਿਵ ਵੀ ਕਹਿੰਦੇ ਆਪਾਂ ਇਸ ਨੂੰ ਇੰਗਲਿਸ਼ ਵਿੱਚ। ਜਦੋਂ ਮੈਂ ਟੈਂਸ ਕਰਵਾ ਰਿਹਾ ਸੀ ਤੁਹਾਨੂੰ ਸਾਰਿਆਂ ਨੂੰ ਸਮਝਾਇਆ ਕਿ ਨਾਵਾਚਕ ਭਾਵ ਨੈਗੇਟਿਵ। ਤੀਸਰਾ ਹੈ ਸਾਡੇ ਕੋਲੇ ਪ੍ਰਸ਼ਨਵਾਚਕ। ਤਾਂ ਚੌਥਾ ਸਾਡੇ ਕੋਲੇ ਹੈ ਵਿਸਮयवाचक। ਥੋੜੀ ਜਿਹੀ ਗੱਲਬਾਤ ਵਿਸਮयवाचक ਬਾਰੇ ਕਰਾਂਗੇ ਕਿ ਜਿੱਥੇ ਆ ਕੇ ਸਾਨੂੰ ਕਿਸੇ ਨਾ ਕਿਸੇ ਚੀਜ਼ ਦੀ ਹੈਰਾਨੀ ਪ੍ਰਗਟ ਹੁੰਦੀ ਹੈ। ਹਾਏ ਕਿੰਨਾ ਸੋਹਣਾ ਫੁੱਲ, ਹਾਏ ਅੱਜ ਧੁੰਦ ਹੀ ਨਹੀਂ ਹਟੀ, ਹਨਾ। ਇਹ ਵਾਲੇ ਵਾਕ ਨੇ ਜਿਹੜੇ ਉਹ ਕਾਹਦੇ ਵਿੱਚ ਆਉਂਦੇ ਨੇ? ਵਿਸਮयवाक ਦੇ ਵਿੱਚ। ਸੋ 4 ਕੈਟੇਗਰੀ ਸਾਡੇ ਕੋਲ ਇਹਦੀਆਂ ਆ ਗਈਆਂ, ਕਾਰਜ ਦੇ ਆਧਾਰ ਦੀਆਂ ਆ ਗਈਆਂ। 3 ਸਾਡੇ ਕੋਲ ਬਣਤਰ ਦੀਆਂ ਆ ਗਈਆਂ, ਜਿਹੜਾ ਅਸੀਂ ਦੇਖ ਚੁੱਕੇ ਹਾਂ। ਉਸ ਤੋਂ ਬਾਅਦ ਜੋ ਅਸੀਂ ਦੇਖਣ ਦੇ ਵਿੱਚ ਚੀਜ਼ ਆਉਂਦੀ ਆ ਉਹ ਆ ਜਾਂਦਾ ਹੈਗਾ। ਇੱਕ ਚੀਜ਼ ਹੋਰ ਡਿਸਕਸ ਕਰਨ ਵਿੱਚ, ਵਾਕ ਦੇ ਅੰਗ। ਹਾਂਜੀ, ਵਾਕ ਦੇ ਅੰਗ। ਹੁਣ ਇਹਦੇ ਵਿੱਚੋਂ ਪਹਿਲਾ ਹਿੱਸਾ ਅਸੀਂ ਦੇਖ ਰਹੇ ਹਾਂ ਵਾਕਾਂਸ਼। ਵਾਕਾਂਸ਼ ਦੇ ਬਾਰੇ ਆਪਾਂ ਗੱਲ ਕਰਾਂਗੇ। ਹਾਂਜੀ, ਵਾਕਾਂਸ਼। ਵਾਕਾਂਸ਼ ਆਪਣੇ ਆਪ ਦੇ ਵਿੱਚ ਦੱਸ ਰਿਹਾ ਕਿ ਇਸ ਦਾ ਅਰਥ ਬਣਦਾ ਵਾਕ ਦਾ ਅੰਸ਼ ਭਾਵ ਹਿੱਸਾ। ਵਾਕਾਂਸ਼ ਹੋ ਗਿਆ। ਇੱਕ ਸਾਡੇ ਕੋਲ ਹੈ ਉਪਵਾਕ। ਉਪਵਾਕ ਤੇ ਵਾਕਾਂਸ਼ ਦੇ ਵਿੱਚ ਅੰਤਰ ਕੀ ਹੈ, ਕਿਵੇਂ ਸਾਨੂੰ ਪਤਾ ਲੱਗੇਗਾ? ਜੇ ਅਸੀਂ ਦੇਖੀਏ ਤਾਂ ਉਪਵਾਕ ਇੱਕ ਤਰੀਕੇ ਨਾਲ ਵਾਕ ਹੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈਗਾ? ਕਿਉਂਕਿ ਉਪਵਾਕ ਦੇ ਵਿੱਚ ਇਸ ਦੇ ਦੋਵੇਂ ਤੱਤ ਉਦੇਸ਼ ਅਤੇ ਵਿਧੇਯ ਦੋਵੇਂ ਸ਼ਾਮਲ ਹੁੰਦੇ ਨੇ। ਜਿੰਨਾ ਚਿਰ ਇਹ ਦੋਵੇਂ ਸ਼ਾਮਲ ਨਹੀਂ ਹੁੰਦੇ ਉਹਨਾਂ ਟਾਈਮ ਉਪਵਾਕ ਦੀ ਜਿਹੜੀ ਸ਼੍ਰੇਣੀ ਆ ਉਹ ਹੋਂਦ ਵਿੱਚ ਨਹੀਂ ਆਉਂਦੀ। ਸਿੱਧੇ ਸ਼ਬਦ ਵਰਤੇ ਨਹੀਂ ਜਾ ਸਕਦੇ, ਬਣਦੇ ਨਹੀਂ ਆ। ਉਪਵਾਕ ਨਹੀਂ ਬਣਦਾ। ਕਿਹਦੇ ਬਿਨਾਂ ਨਹੀਂ ਬਣਦਾ? ਉਦੇਸ਼ ਬਿਨਾਂ ਤੇ ਵਿਧੇਯ ਦੇ ਬਿਨਾਂ। ਜਦੋਂ ਅਸੀਂ ਵਾਕਾਂਸ਼ ਦੀ ਗੱਲ ਕਰਦੇ ਹਾਂ ਤਾਂ ਵਾਕਾਂਸ਼ ਦੇ ਵਿੱਚ ਇਹ ਸ਼ਰਤ ਲਾਗੂ ਨਹੀਂ ਹੁੰਦੀ। ਵਾਕਾਂਸ਼ ਦੇ ਵਿੱਚ ਕਈ ਥਾਂ ਦੇ ਉੱਤੇ ਉਦੇਸ਼ ਹੁੰਦਾ, ਕਈ ਥਾਂ ਦੇ ਉੱਤੇ ਵਿਧੇਯ ਹੁੰਦਾ, ਉਹਨੂੰ ਅਸੀਂ ਵਾਕਾਂਸ਼ ਕਹਿੰਦੇ ਹਾਂ। ਹੁਣ ਇਸ ਚੀਜ਼ ਦੀ ਭਸੂੜੀ ਜੀ ਪੈਂਦੀ ਹੈ ਵੀ ਉਦੇਸ਼ ਤੇ ਵਿਧੇਯ ਕੀ ਹੈ, ਆਪਾਂ ਉਹਦੇ ਬਾਰੇ ਗੱਲ ਕਰਦੇ ਹਾਂ। ਕਈ ਵਾਰੀ ਅੰਗਰੇਜ਼ੀ ਦੀ ਕਲਾਸ ਲਾਉਂਦੇ ਆ, ਮੈਂ ਵਿਦਿਆਰਥੀ ਨੂੰ ਪੁੱਛਦਾ ਨਾ ਵੀ ਫਰੇਜ਼ ਕੀ ਆ। ਫਰੇਜ਼ ਹੈ ਨਾ ਸ਼ਬਦ ਆਉਂਦਾ ਹੈ ਇੰਗਲਿਸ਼ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਇਹ ਵੀ ਕਹਿ ਲਈਏ ਕਿ ਇੱਕ ਟਰਮੀਨੋਲੋਜੀ ਹੈ,
एक ही एक टर्मिनोलॉजी है। ते है की है फ्रेज, बई अपनी अंग्रेजी की लिखी है जी, देसी जो बंदे पिंड दे। फ्रेज, फ्रेज ही है जिहड़ा वाकंश है, ठीक। फिर वो कई बार जो आप मतलब वाक दी किस्मां कर रहे होंगे यही पणत के आधार वाली इंग्लिश विच, उत्थे आके चलता है कि मतलब इन दी कंपलैक्स सेंटेंस दे आर वन मेन क्लॉज एंड द अदर इज सबऑर्डिनेट क्लॉज। क्लॉज की है? क्लॉज वही मेन क्लॉज, सबऑर्डिनेट क्लॉज, मेन ऑफ प्रिंसिपल क्लॉज भी कहने हैं। तो अभी क्लॉज जो है वो उपवाक है, उपवाक में इंग्लिश के विच आपां क्लॉज कहने हैं। क्लॉज इन्हां दे बारे थोड़ी जी विस्तार दे विच चर्चा करांगे आपां, अगले लैक्चर विच करांगे। हुण आपां गल करदे सीगे कि उद्देश ते विधेय की आ, सो आपां देख लांगे। हाँ जी, उद्देश ते विधेय। उद्देश वाक दा जां उपवाक दा वो हिस्सा है जिस दे विच काम करन वाला हुंदा। विधेय वो हिस्सा गा जो उस दे विच काम कीता गया हुंदा। इन्हूं थोड़ा जिहा आपां होर हल्का करदे हां। उदाहरण के तौर पर मैं पढ़ाउंदा हां, आपां लिख लैणे लो जी, ये हो गया मैं पढ़ाउंदा हां, एक वाक हो गया। हुण इस दे विच जो काम कर रहा जानी कि करता, जिहड़ा करता है वह उद्देश है। काम कौन कर रहा है? भाई मैं कर रहा, मैं कर रहा, ठीक। मैं पढ़ाउंदा हां, फिर काम की कीता जा रहा पढ़ाउण दा, आ हो गया सर। लो आपां ड्राइंग भी सीख गए है ना। मैं पढ़ाउंदा हां, जो वाक दे विच काम करदा यानी कि जिहड़ा करता हुंदा ओह हुंदा उद्देश। वाक दे विच जिहड़ा काम उस द्वारा कीता जांदा है ओह हुंदा विधेय। सो अज वास्ते इन्ना ही। आस है तुहानूं वीडियो पसंद आई होगी। चैनल नूं सबसक्राइब करो, अपने दोस्तों के नाल साथियों के नाल इसनूं साझा करो। सो तद तक दे लई सत श्री अकाल। मिलदे हां वाक दी अगली वीडियो दे नाल।